ਗੁਣੀ ਨਿਧਾਨ ਹੈ। ਗੁਣ ਕਰ ਬਖਸ਼ੇ ਅਵਗੁਣਿਆਰੇ, ਸਤਿਗੁਰ ਪੂਰਾ ਵੈਦ ਹੈ। ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰ ਦਿਓ ਹੈ। ਸੁਖ ਦੇ ਮੇਲ ਲਏ ਦੁਖਿਆਰੇ, ਗੁਰ ਪੂਰਾ ਨਿਰਵੈਰ ਹੈ। ਨਿੰਦਕ ਦੋਖੀ ਬੇਮੁਖ ਤਾਰੇ, ਗੁਰ ਪੂਰਾ ਨਿਰਭਉ ਸਦਾ। ਜਨਮ ਮਰਨ ਜਮ ਡਰੈ ਉਤਾਰੇ, ਸਤਿਗੁਰ ਪੁਰਖ ਸੁਜਾਨ ਹੈ। ਵੱਡੇ ਅਜਾਣ ਮੁਗਧ ਨਿਸਤਾਰੇ, ਸਤਿਗੁਰ ਆਗੂ ਜਾਣੀਐ। ਬਾਹ ਪਕੜ ਅੰਧਲੇ ਉਧਾਰੇ, ਮਾਣ ਨਿਮਾਣੇ ਸਾਧ ਬਲਿਹਾਰੇ। ਮਾਣ ਨਿਮਾਣੇ ਸਾਧ ਬਲਿਹਾਰੇ, ਸਤਿਗੁਰ ਪਾਰਸ ਪਰਸੈ। ਕੰਚਨ ਕਰੈ ਮਨੂਰ ਮਲੀਣਾ, ਸਤਿਗੁਰ ਬਾਮਨ ਚੰਦਨੋ। ਵਾਸ ਸਵਾਸ ਕਰੈ ਲਾਖੀਣਾ, ਸਤਿਗੁਰ ਪੂਰਾ ਪਾਰ ਜਾਤ। ਸਿਮਲ ਸਫਲ ਕਰੈ ਸੰਗ ਲੀਣਾ, ਮਾਨ ਸਰੋਵਰ ਸਤਿਗੁਰੂ। ਕਾਗੋ ਹੰਸ ਜਲੋਂ ਦੁੱਧ ਪੀਣਾ, ਗੁਰ ਤੀਰਥ ਦਰਿਆਓ ਹੈ। ਪਸ਼ੂ ਪ੍ਰੇਤ ਕਰੇ ਪਰਬੀਣਾ, ਸਤਿਗੁਰ ਬੰਦੀ ਛੋੜ ਹੈ। ਜੀਵਨ ਮੁਕਤ ਕਰੈ ਓਡੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਸਤਿਗੁਰ ਬੰਦੀ ਛੋੜ ਹੈ। ਜੀਵਨ ਮੁਕਤ ਕਰੈ ਓਡੀਣਾ, ਗੁਰਮੁਖ ਮਨ ਅਪਤੀਜ ਪਤੀਣਾ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਦ ਚੜ ਜਾਇ। ਅੰਧ ਲਖੈ ਬਦਰੋ ਸੁਨੈ, ਦਉ ਕਾਲ ਕਿਰਪਾ ਕਰਾਇ।
ਅੰਧ ਲਖੈ ਬਦਰੋ ਸੁਨੈ। ਦਉ ਕਾਲ ਕਿਰਪਾ ਕਰਾਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾ। ਚਾਤ੍ਰਿਕ ਚਿਤਵਤ ਬਰਸਤ ਮੇਹ। ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ। ਹਰਿ ਪ੍ਰੇਮ ਭਗਤ ਕੋ ਨੇਹ। ਚਾਤ੍ਰਿਕ ਚਿਤਵਤ ਬਰਸਤ ਮੇਹ। ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ। ਹਰਿ ਪ੍ਰੇਮ ਭਗਤ ਕੋ ਨੇਹ। ਰਹਾਉ ਅਨੇਕ ਸੁਖ ਚਕਵੀ ਨਹੀਂ ਚਾਹਤ। ਆਨੰਦ ਪੂਰਨ ਪੇਖ ਦੇਹ। ਆਨ ਉਪਾਵ ਨ ਜੀਵਤ ਮੀਨਾ। ਬਿਨ ਜਲ ਮਰਨਾ ਤੇਹ। ਹਮ ਅਨਾਥ ਨਾਥ ਹਰਿ ਸਰਣੀ। ਆਪਣੀ ਕਿਰਪਾ ਕਰੇਹ। ਚਰਨ ਕਮਲ ਨਾਨਕ ਆਰਾਧੈ। ਤਿਸ ਬਿਨ ਆਨ ਨ ਕੇਹ। ਹਮ ਅਨਾਥ ਨਾਥ ਹਰਿ ਸਰਣੀ। ਆਪਣੀ ਕਿਰਪਾ ਕਰੇਹ। ਚਰਨ ਕਮਲ ਨਾਨਕ ਆਰਾਧੈ। ਤਿਸ ਬਿਨ ਆਨ ਨ ਕੇਹ। ਚਾਤ੍ਰਿਕ ਚਿਤਵਤ ਬਰਸਤ ਮੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ। ਕਿਰਪਾ ਦੇ ਖਜ਼ਾਨੇ ਜੁਗ ਜੁਗ ਅਟਲ। ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ। ਕਲ ਯੁਗ ਦੇ ਬੋਹਿਥ। ਨਾਮ ਬਾਣੀ ਦੇ ਜਹਾਜ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਹਿਬ ਕਮਾਲ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਲਾਈ ਹੋਈ ਦਮਦਮੀ ਟਕਸਾਲ ਦੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕਰ ਸਿੰਘ ਜੀ ਦੇ ਯਾਦਗਾਰੀ ਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਦਰਵਾਲਾ ਵਿਖੇ ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ 5 ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਸਰੂਪਾਂ ਦੀ ਪ੍ਰਕਾਸ਼ਮਾਨ ਦੀ ਸੇਵਾ ਹੋਈ।
ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ। ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਕਰਕੇ ਸੰਗਤਾਂ ਨੂੰ ਸੁਣਾਇਆ। ਆਓ ਪਿਆਰਿਓ, ਹੁਣ ਸ੍ਰੀ ਮੁਖਵਾਕ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਇਸ ਦੀ ਪਾਵਨ ਕਥਾ ਸੁਣ ਕਰਕੇ ਆਓ ਲਾਹਾ ਪ੍ਰਾਪਤ ਕਰੀਏ, ਆਨੰਦ ਮਾਣੀਏ। ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾਰ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਅੱਜ ਬੰਦੀ ਛੋੜ ਦਿਵਸ ਹੈ। ਗੁਰੂ ਕੇ ਪਿਆਰਿਓ, ਅੱਜ ਦੇ ਦਿਨ ਸਤਿਗੁਰੂ ਗਰੀਬ ਨਿਵਾਜ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਸਤਿਗੁਰੂ ਜੀ ਨੇ 52 ਰਾਜੇ ਤੇ 700 ਕੈਦੀ, ਇਸ ਤਰ੍ਹਾਂ ਅਨੇਕਾਂ ਨੂੰ ਬੰਧਨਾਂ ਤੋਂ ਮੁਕਤ ਕਰਕੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਸਨ। ਗੁਰੂ ਕੀਆਂ ਸੰਗਤਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਦੇ ਖੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਜਗਾਏ ਸਨ। ਇਸ ਤਰ੍ਹਾਂ ਦੀਪਮਾਲਾ ਕੀਤੀ ਸੀ। ਆਪਣੇ ਘਰਾਂ ਦੇ ਮਨੇਰਿਆਂ ਤੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੱਖੇ। ਇਸੇ ਹੀ ਪ੍ਰਕਾਰ ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੇ ਛੁਡਾਏ ਹੋਏ ਜੋ 52 ਰਾਜੇ ਸਨ, ਉਹ ਜਿੱਥੇ ਜਿੱਥੇ ਗਏ ਆਪੋ ਆਪਣੇ ਰਾਜਾਂ ਦੇ ਵਿੱਚ ਉਹਨਾਂ ਸਾਰਿਆਂ ਨੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਔਰ ਆਪਣੇ ਬੰਧਨ ਮੁਕਤ ਹੋਣ ਦੀ ਖੁਸ਼ੀ ਨੂੰ ਮਨਾਉਂਦਿਆਂ ਦੀਪਮਾਲਾ ਕੀਤੀ। ਤਦੋਂ ਤੋਂ ਲੈ ਕੇ ਸਾਰੇ ਭਾਰਤ ਵਰਸ਼ ਵਿੱਚ ਇਹ ਦੀਵਾਲੀ ਦਾ ਤਿਉਹਾਰ ਗੁਰੂ ਕੀਆਂ ਸੰਗਤਾਂ, ਸਾਰੇ ਭਾਰਤ ਵਾਸੀ ਬੜੇ ਪ੍ਰੇਮ ਦੇ ਨਾਲ, ਚਾਅ ਦੇ ਨਾਲ ਮਨਾਉਂਦੇ ਆ। ਪਹਿਲਾਂ ਅਯੁੱਧਿਆ ਦੇ ਵਿੱਚ ਰਾਮਚੰਦਰ ਜੀ ਜਦੋਂ ਪਹੁੰਚੇ ਸਨ, ਬਨਵਾਸ ਨੂੰ ਕੱਟ ਕੇ ਸੀਤਾ ਜੀ ਨੂੰ ਵਾਪਸ ਲੈ ਕੇ, ਸੋ ਅਯੁੱਧਿਆ ਦੇ ਵਿੱਚ ਇਹ ਲੋਕ ਮਨਾਇਆ ਕਰਦੇ ਸੀ। ਸੋ ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਆਓ ਜਿੱਥੇ ਆਪਾਂ ਸ੍ਰੀ ਮੁਖਵਾਕ ਦੀ ਕਥਾ ਸਰਵਣ ਕਰਨੀ ਹੈ, ਕੁਝ ਸਮੇਂ ਵਾਸਤੇ ਇਹ ਪਾਵਨ ਸਤਿਗੁਰੂ ਗਰੀਬ ਨਿਵਾਜ ਜੀ ਦਾ ਜੋ ਬੰਦੀ ਛੋੜ ਦਿਵਸ ਹੈ,
ਸੋ ਇਹਦੇ ਤੇ ਇਹ ਪ੍ਰਕਰਮ ਜੋ ਹੈ ਇਹ ਵੀ ਥੋੜਾ ਜਿਹਾ ਆਪਾਂ ਵਿਚਾਰ ਕਰੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਸ਼ਾਂਤਮਈ ਰਹਿ ਕਰਕੇ ਜ਼ਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਦਿਆਂ ਆਪਣੀ ਪਾਵਨ ਸ਼ਹਾਦਤ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਤੱਕਿਆ ਕਿ ਇਹ ਜੋ ਜ਼ਾਲਮ ਲੋਕ ਹੈ ਇਹ ਧਰਮੀ ਲੋਕਾਂ ਦਾ, ਧਰਮ ਦੇ ਰਹਿਬਰਾਂ ਦਾ ਇਹ ਕਤਲ ਕਰਕੇ ਵੀ ਇਹ ਰੱਜਦੇ ਨਹੀਂ। ਸ਼ਾਂਤ ਸਬਰ ਦੇ ਨਾਲ ਸਮਾਂ ਗੁਜ਼ਾਰਨ ਵਾਲਿਆਂ ਨੂੰ ਵੀ ਇਹ ਦੁਖੀ ਕਰਨੋਂ ਹਟਦੇ ਨਹੀਂ। ਸੋ ਧਰਮ ਦੀ ਰੱਖਿਆ ਦੇ ਲਈ ਮੀਰੀ ਪੀਰੀ ਦੀਆਂ ਦੋ ਸ੍ਰੀ ਸਾਹਿਬਾਂ ਕਿਰਪਾਨਾਂ ਸਤਿਗੁਰੂ ਜੀ ਨੇ ਧਾਰਨ ਕੀਤੀਆਂ। ਤਖਤ ਰਚਿਆ ਜਿਸ ਦਾ ਨਾਮ ਅਕਾਲ ਬੁੰਗਾ ਰੱਖਿਆ। ਤਖਤ ਤੇ ਸੁਭਾਏਮਾਨ ਹੋ ਕਰਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਗੁਰਸਿੱਖ ਸੰਗਤਾਂ ਨੂੰ ਕਿ ਜਿੱਥੇ ਗੁਰੂ ਕੇ ਹਜ਼ੂਰ ਤੁਸੀਂ ਆਪਣੀ ਦਸਵੰਧ ਵਿੱਚੋਂ ਹੋਰ ਭੇਟਾਵਾਂ ਲੈ ਕੇ ਆਉਂਦੇ ਹੋ, ਮਾਇਆ ਹਾਜ਼ਰ ਕਰਦੇ ਹੋ, ਉਥੇ ਸਾਨੂੰ ਜਮਾਨੀਆਂ ਭੇਟਾ ਕਰੋ। ਸੋਹਣੇ ਸ਼ਸਤਰਾਂ ਦੀ ਭੇਟਾ ਤੇ ਅਸੀਂ ਪ੍ਰਸੰਨ ਹੋਵਾਂਗੇ। ਵਧੀਆ ਘੋੜੇ ਲੈ ਕੇ ਆਓ। ਸਤਿਗੁਰੂ ਜੀ ਨੇ ਇਸ ਤਰ੍ਹਾਂ ਫੌਜ ਤਿਆਰ ਕਰਨਾ ਸ਼ੁਰੂ ਕੀਤੀ। ਜ਼ਾਲਮਾਂ ਨੂੰ ਦੇ ਹਿਰਦੇ ਵਿੱਚ ਭੈ ਪੈ ਗਿਆ। ਸੋ ਜੋ ਜਹਾਂਗੀਰ ਹੈ ਉਹਦੇ ਪਾਸ ਸ਼ਿਕਾਇਤਾਂ ਸਤਿਗੁਰੂ ਜੀ ਦੀਆਂ ਕਰਨੀਆਂ ਸ਼ੁਰੂ ਕੀਤੀਆਂ। ਜਹਾਂਗੀਰ ਨੇ ਆਪਣੇ ਵਜ਼ੀਰ ਨੂੰ, ਜੋ ਗੁਰੂ ਘਰ ਦਾ ਪ੍ਰੇਮੀ ਸੀ, ਵਜ਼ੀਰ ਖਾਂ ਨੂੰ ਨਾਲ ਕਿੰਚ ਬੇਗ ਨੂੰ ਸਤਿਗੁਰੂ ਜੀ ਦੇ ਪਾਸ ਭੇਜਿਆ ਕਿ ਸਤਿਗੁਰੂ ਜੀ ਨੂੰ ਦਿੱਲੀ ਬੁਲਾਇਆ ਜਾਵੇ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਵਜ਼ੀਰ ਖਾਨ ਪਹੁੰਚਾ। ਕਿੰਚ ਬੇਗ ਦੇ ਸਮੇਤ ਇਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੜਾਅ ਕੀਤਾ। ਸਤਿਗੁਰਾਂ ਪਾਸ ਖਬਰ ਪਹੁੰਚੀ, ਸੋ ਇਹਨਾਂ ਦਾ ਡੇਰਾ ਲਵਾਇਆ ਗਿਆ। ਸੋ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਹਾਜ਼ਰ ਹੋਣ ਦਾ ਹੁਕਮ ਹੋਇਆ। ਵਜ਼ੀਰ ਖਾਨ ਕਿੰਚ ਬੇਗ ਦੇ ਸਮੇਤ ਸਤਿਗੁਰਾਂ ਦੇ ਦੀਵਾਨ ਵਿੱਚ ਹਾਜ਼ਰ ਹੋਇਆ। ਬੇਨਤੀ ਕੀਤੀ ਕਿ ਜਹਾਂਗੀਰ ਬਾਦਸ਼ਾਹ ਜੀ ਦੇ ਦਰਸ਼ਨ ਕਰਨਾ ਚਾਹੁੰਦਾ, ਆਪ ਜੀ ਦਿੱਲੀ ਪਹੁੰਚੋ, ਕਿਰਪਾ ਕਰੋ। ਸਤਿਗੁਰੂ ਗਰੀਬ ਨਿਵਾਜ ਜੀ ਨੇ ਮਾਤਾ ਜੀ ਔਰ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨਾਲ ਗੁਰਮਤਿ ਵਿਚਾਰਾਂ ਕਰਕੇ, ਭਾਵੇਂ ਮਾਤਾ ਜੀ ਨਹੀਂ ਸੀ ਚਾਹੁੰਦੇ ਕਿ ਸਤਿਗੁਰੂ ਜੀ ਜਾਣ, ਕਿਉਂਕਿ ਪੰਜਵੇਂ ਪਾਤਸ਼ਾਹ ਜੀ ਲਾਹੌਰ ਗਏ ਸੀ ਔਰ ਸ਼ਹੀਦੀ ਪ੍ਰਾਪਤ ਕਰ ਲਈ। ਮਾਤਾ ਜੀ ਇਸ ਕਰਕੇ ਚਾਹੁੰਦੇ ਨਹੀਂ ਸੀ ਕਿ ਸਤਿਗੁਰੂ ਮੇਰੇ ਸਪੁੱਤਰ ਸਤਿਗੁਰੂ ਜੀ ਜਾਣ। ਪਰ ਸਤਿਗੁਰੂ ਜੀ ਨੇ
ਬਚਨ ਕੀਤਾ ਕਿ ਸਾਨੂੰ ਦਿੱਲੀ ਜਾ ਕੇ ਜਾਣਾ ਚਾਹੀਦਾ ਹੈ। ਉਹਨਾਂ ਦੀ ਕੀ ਸਲਾਹ ਹੈ, ਕੀ ਚਾਹੁੰਦੇ ਆ, ਇਹ ਪਤਾ ਲੱਗ ਜਾਏਗਾ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਸਤਿਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਸੋ ਮੰਨਿਆ, ਔਰ ਇਸੇ ਤਰ੍ਹਾਂ ਹੀ ਕਿਹਾ ਕਿ ਸਤਿਗੁਰੂ ਜੀ ਜੋ ਕਹਿ ਰਹੇ ਹਨ ਉਹ ਠੀਕ ਹੈ। ਦਿੱਲੀ ਜਾਣ ਦੀ ਤਿਆਰੀ ਹੋਈ। ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਸਾਰਾ ਪ੍ਰਬੰਧ ਸੰਭਾਲ ਕੇ ਸਤਿਗੁਰੂ ਗਰੀਬ ਨਿਵਾਜ ਜੀ ਪੜਾਅ ਦਰ ਪੜਾਅ ਕਰਦੇ ਹੋਏ ਮਜਨੂੰ ਦੇ ਟਿੱਲੇ ਤੇ ਪਹੁੰਚੇ। ਜਹਾਂਗੀਰ ਨੂੰ ਖਬਰ ਪਹੁੰਚੀ ਹੈ, ਵਜ਼ੀਰ ਖਾਂ ਗਿਆ। ਜਹਾਂਗੀਰ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ। ਸੋ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਇਲਾਹੀ ਚਿਹਰੇ ਦੇ ਸਤਿਗੁਰੂ ਗਰੀਬ ਨਿਵਾਜ ਜੀ ਦੇ ਵੀਰ ਅਸੀਂ ਬੜਾ ਪ੍ਰਭਾਵਿਤ ਹੋਇਆ। ਮਹਾਰਾਜ ਜੀ ਤੋਂ ਕੋਈ ਪ੍ਰਸ਼ਨ ਪੁੱਛੇ, ਸਤਿਗੁਰਾਂ ਉੱਤਰ ਦਿੱਤੇ, ਇਹਦੇ ਮਨ ਦੇ ਸ਼ੰਕੇ ਦੂਰ ਕੀਤੇ। ਇਹਨੇ ਸੋਚਿਆ ਕਿ ਜੋ ਮੈਂ ਮਨ ਵਿੱਚ ਵਿਚਾਰ ਰਿਹਾ ਸੀ ਉਹ ਸਭ ਗਲਤ ਹੈ, ਜੋ ਮੇਰੇ ਕੋਲ ਖਬਰਾਂ ਪਹੁੰਚੀਆਂ ਸੀ ਉਹ ਝੂਠੀਆਂ ਹਨ। ਸਤਿਗੁਰੂ ਜੀ ਤਾਂ ਰਾਜ ਯੋਗੀ ਹਨ। ਇਸੇ ਤਰ੍ਹਾਂ ਆਗਰੇ ਜਹਾਂਗੀਰ ਨੂੰ ਜਾਣਾ ਪਿਆ। ਸਤਿਗੁਰੂ ਜੀ ਨੂੰ ਨਾਲ ਲੈ ਕੇ ਗਿਆ। ਇੱਥੇ ਰਹਿੰਦਿਆਂ ਸ਼ਿਕਾਰ ਨੂੰ ਇੱਕ ਦਿਨ ਚੜ੍ਹੇ ਬੜਾ ਵੱਡਾ ਸ਼ੇਰ ਇੱਕ ਨਿਕਲਿਆ। ਸ਼ੇਰ ਬੜਾ ਭਿਆਨਕ ਸੀ ਔਰ ਆਦਮਖੋਰ ਉਹ ਸ਼ੇਰ। ਜਦੋਂ ਭਬਕਿਆ ਤਾਂ ਉਸ ਵੇਲੇ ਸਾਰੇ ਘੋੜੇ ਜੋ ਸੀ ਡਰ ਗਏ ਸੂਰਮਿਆਂ ਦੇ। ਔਰ ਕਵੀ ਜੀ ਨੇ ਉਸ ਸਮੇਂ ਦਾ ਜ਼ਿਕਰ ਕੀਤਾ ਕਿ ਇੰਨਾ ਭਿਆਨਕ ਗਰਜਿਆ ਕਿ ਘੋੜਿਆਂ ਦਾ ਜੋ ਮਲ ਮੂਤਰ ਤਿਆਗ ਹੋ ਗਿਆ। ਬਾਦਸ਼ਾਹ ਦਾ ਹਾਥੀ ਵੀ ਨਾ ਰੁਕੇ, ਡਰਦਾ ਭੱਜੇ। ਜੋ ਸੂਰਮੇ ਉਹਨੂੰ ਮਾਰਨ ਵਾਸਤੇ ਅੱਗੇ ਵਧੇ, ਉਹਨਾਂ 4-5 ਨੂੰ ਨੇ ਮਾਰ ਦਿੱਤਾ। ਬਾਕੀ ਡਰਦਾ ਕੋਈ ਗਾਹ ਨਾ ਹੋਵੇ। ਇਹ ਵੇਖ ਕਰਕੇ ਬਾਦਸ਼ਾਹ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦੀ ਬੇਨਤੀ ਨੂੰ ਮੰਨ ਕੇ ਆਪ ਸਤਿਗੁਰੂ ਅੱਗੇ ਵਧੇ। ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਤੁਸੀਂ ਗੋਲੀ ਨਾਲ ਮਾਰ ਦਿਓ, ਨੇੜੇ ਨਾ ਜਾਓ, ਬੜਾ ਭਿਆਨਕ ਹੈ। ਸਤਿਗੁਰੂ ਗਰੀਬ ਨਿਵਾਜ ਜੀ ਨੇ ਘੋੜੇ ਨੂੰ ਵੀ ਛੱਡਤਾ, ਪੈਦਲ ਅੱਗੇ ਉਹਦੇ ਸਾਹਮਣੇ ਜਾ ਖੜੇ। ਸ਼ੇਰ ਨੂੰ ਲਲਕਾਰਿਆ ਕਿ ਹੁਣ ਕੀ ਗਿੱਦੜ ਬਣ ਕੇ ਬੈਠਾ, ਆ ਵਾਰ ਕਰ। ਸਤਿਗੁਰੂ ਮਹਾਰਾਜ ਜੀ ਦੇ ਉੱਪਰ ਸ਼ੇਰ ਨੇ ਹਮਲਾ ਕੀਤਾ। ਦੋਨੋਂ ਅਗਲੇ ਪਹੁੰਚੇ ਜੋ ਸਨ, ਚੁੱਕ ਕਰਕੇ ਸਤਿਗੁਰਾਂ ਦੇ ਛਾਤੀ 'ਚ ਮਾਰਨ ਲੱਗਾ। ਗਰੀਬ ਨਿਵਾਜ ਜੀ ਨੇ ਆਪਣਾ ਵੱਡਾ ਢਾਲਾ ਅੱਗੇ ਕੀਤਾ, ਇਹਨੂੰ ਢਾਲੇ ਤੇ ਚੁੱਕ ਲਿਆ ਔਰ ਆਪਣੇ ਬਲ ਦੇ ਨਾਲ ਇਹਨੂੰ ਉੱਪਰ ਕਰਕੇ ਸੋ ਪੂਰਾ ਆਪਣਾ ਵਾਰ ਜੋ ਸੀ ਇਹਦੇ ਪੇਟ ਤੇ ਮਾਰਨ ਲਈ ਇਸ ਪ੍ਰਕਾਰ ਇਸ ਸਥਿਤੀ ਵਿੱਚ ਇਹਨੂੰ ਕਰ ਦਿੱਤਾ। ਇਹ ਜ਼ੋਰ ਨਾਲ ਦਬਾਉਣਾ ਚਾਹੁੰਦਾ, ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹਨੂੰ ਹੋਰ ਉੱਪਰ ਕਰ ਦਿੱਤਾ। ਉਸ ਵੇਲੇ ਆਪਣੇ ਤੇਗੇ ਦਾ ਭਰਮਾ ਵਾਰ ਕਰਕੇ ਇਸ ਸ਼ੇਰ ਦੇ 2 ਟੋਟੇ ਕਰ ਦਿੱਤੇ। ਵੇਖ ਕੇ ਜਹਾਂਗੀਰ ਬੜਾ ਹੈਰਾਨ ਹੋਇਆ। ਗੁਰੂ ਪਿਆਰਿਓ, ਸਤਿਗੁਰੂ ਜੀ ਦਾ ਹੋਰ ਸਤਿਕਾਰ ਕਰਨ ਲੱਗਾ।
ਤੇ ਇਸ ਸਮੇਂ ਜੋ ਵਿਰੋਧੀ ਸਨ, ਖਾਸ ਕਰਕੇ ਚੰਦੂ ਦਾ ਜ਼ਿਕਰ ਆਉਂਦਾ, ਉਹਨੇ ਸੋਚਿਆ ਕਿ ਮੈਂ ਜੋ ਸੋਚ ਰਿਹਾ ਸੀ ਉਹਦੇ ਤਾਂ ਉਲਟ ਹੋ ਗਿਆ। ਹੁਣ ਕੋਈ ਹੋਰ ਯਤਨ ਕਰਨਾ ਚਾਹੀਦਾ। ਕਹਿੰਦੇ ਸੁਪਨੇ ਦੇ ਵਿੱਚ ਉਹ ਸ਼ੇਰ ਜੋ ਸੀ ਜਹਾਂਗੀਰ ਨੂੰ ਦਿਸਿਆ। ਜਹਾਂਗੀਰ ਬਿਮਾਰ ਹੋ ਗਿਆ। ਕੁਝ ਸਹਿਮ ਦੇ ਨਾਲ ਬਿਮਾਰ ਹੋਣ ਕਰਕੇ ਨਜੂਮੀ ਦੇ ਪਾਸੋਂ ਚੰਦੂ ਨੇ ਕਹਾਤਾ ਕਿ ਬਾਦਸ਼ਾਹ ਤੇਰੇ ਤੇ ਸਾੜ ਸਤੀ ਆਈ ਹੈ। ਇਹ ਸ਼ਨੀ ਦੇਵ ਕਰੋਪ ਹੋਇਆ ਤੇਰੇ ਤੇ 7.5 ਜਿਹੜਾ ਹੈ ਨਾ, ਸਾੜ ਸਤੀ ਜਿਹਨੂੰ ਕਹਿੰਦੇ ਆ, ਇਹ ਮਹੀਨੇ ਤੇਰੇ ਤੇ ਬੜਾ ਭਿਆਨਕ ਹੈ, ਇਹ ਸਮਾਂ ਤੇਰੇ ਤੇ ਬੜਾ ਭਿਆਨਕ ਹੈ। ਉਸ ਸਮੇਂ ਇਹਦਾ ਉਪਾਅ ਕੀ ਹੈ, ਉਹ ਸਾਰਾ ਨਜੂਮੀ ਨੂੰ ਪਹਿਲਾਂ ਹੀ ਕਹਿੰਦੇ ਨੇ ਸਮਝਾ ਕੇ ਘੱਲਿਆ ਸੀ ਕਿ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਜ਼ਿਕਰ ਕਰਨਾ ਕਿ ਇਸ ਪ੍ਰਕਾਰ ਸੋਢ ਬੰਸ ਹੋਵੇ ਤੇ ਉਹ ਹਰਗੋਬਿੰਦ ਸਾਹਿਬ ਨਾਮ ਹੋਵੇ, ਉਹ ਤੁਹਾਡੇ ਵਾਸਤੇ ਜਾ ਕਰਕੇ 40 ਦਿਨ ਜਾਪ ਕਰੇ, ਫਿਰ ਤੁਹਾਡੀ ਇਹ ਸਾੜ ਸਤੀ ਟਲ ਸਕਦੀ। ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਇਹਨੇ। ਫਿਰ ਜਹਾਂਗੀਰ ਨੇ, ਸਤਿਗੁਰੂ ਜੀ ਨੇ ਕਿਹਾ ਬਾਦਸ਼ਾਹ ਸਾੜ ਸਤੀ ਤੇ ਕਿਸੇ ਹੋਰ ਤੇ ਆਈ ਹੈ, ਖੈਰ ਤੂੰ ਬੇਨਤੀ ਕਰਦਾ ਅਸੀਂ ਤੇਰੀ ਮੰਨਾਂਗੇ। ਗਵਾਲੀਅਰ ਦੇ ਕਿਲੇ ਵਿੱਚ ਸਤਿਗੁਰੂ ਮਹਾਰਾਜ ਜੀ ਪਹੁੰਚੇ। ਗੁਰੂ ਕੇ ਪਿਆਰਿਓ, ਧੰਨ ਗੁਰੂ ਗਰੀਬ ਨਿਵਾਜ ਜੀ ਦੇ ਨਾਲ ਭਾਈ ਜੇਠਾ ਜੀ, ਭਾਈ ਪਿਰਾਣਾ ਜੀ ਆਦਿਕ ਸਿੱਖ ਹਨ। ਇਹ ਗੁਰੂ ਕੇ ਸਿੱਖ ਸਤਿਗੁਰੂ ਜੀ ਦੇ ਵਾਸਤੇ ਸਾਰੀ ਸੰਭਾਲ ਕਰਦੇ ਸਤਿਗੁਰੂ ਜੀ ਦੀ। ਮਹਾਰਾਜ ਜੀ ਦਾ ਜੋ ਦਲ ਸੀ ਉਹਨੂੰ ਬਾਹਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਜੋ ਟਿਕਾਇਆ ਹੋਇਆ ਸੀ, ਗੁਰੂ ਕੇ ਪਿਆਰਿਓ, ਬਾਦਸ਼ਾਹ ਵੱਲੋਂ ਹੁਕਮਨਾਮਾ ਜੋ ਹਰਦਾਸ ਦੁਰੋਗੇ ਨੂੰ ਪਹੁੰਚਾ ਕੇ ਜੋ ਕੁਝ ਸਤਿਗੁਰੂ ਜੀ ਨੂੰ ਚਾਹੀਦਾ ਹੈ ਇਹਨਾਂ ਦੀ ਦੇਖਭਾਲ ਕੀਤੀ ਜਾਵੇ। ਰਸਤ ਬਾਣੀ ਜੋ ਵੀ ਸਤਿਗੁਰੂ ਜੀ ਕਹਿੰਦੇ ਹਨ ਚੰਗੀ ਤਰ੍ਹਾਂ ਖਿਆਲ ਰੱਖਿਆ ਜਾਏ। ਸਤਿਗੁਰੂ ਗਰੀਬ ਨਿਵਾਜ ਜਦੋਂ ਇੱਥੇ ਪਹੁੰਚੇ, 52 ਰਾਜੇ ਜੋ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤੇ ਸਨ, ਇਹਨਾਂ ਦੀ ਬਹੁਤ ਹੀ ਤਰਸਯੋਗ ਹਾਲਤ ਸੀ। ਇਹ ਨਜ਼ਰਬੰਦ ਸਨ ਅਤੇ ਨਾ ਇਹਨਾਂ ਨੂੰ ਕੁਝ ਪਹਿਨਣ ਵਾਸਤੇ ਚੰਗਾ ਫਟੇ ਹੋਏ ਬਸਤਰ ਸਨ। ਖਾਣ ਵਾਸਤੇ ਵੀ ਜਿਹੜਾ ਮਾੜਾ ਭੋਜਨ ਦਿੱਤਾ ਜਾਂਦਾ ਵਿਆਹ ਚ ਵਿਆਹ, ਉਹਦੇ ਵਿੱਚ ਵੀ ਬਹੁਤਾ ਲੂਣ ਪਾ ਕੇ ਕੁਝ ਥੋੜ੍ਹੀ ਜਿਹੀ ਜ਼ਹਿਰ ਦੀ ਵੀ ਕਹਿੰਦੇ ਮਾਤਰਾ ਪਾਈ ਜਾਂਦੀ ਕਿ ਇਹ ਹੌਲੀ ਹੌਲੀ ਇਸੇ ਤਰ੍ਹਾਂ ਹੀ ਮਰ ਜਾਣ। ਧੰਨ ਗੁਰੂ ਗਰੀਬ ਨਿਵਾਜ ਜੀ ਨੇ ਲੰਗਰ ਪ੍ਰਾਰੰਭ ਕਰਾ ਦਿੱਤਾ। ਇਹ ਰਾਜੇ ਜਿਹੜੇ ਸੀ ਸਾਰੇ ਕੈਦੀਆਂ ਸਮੇਤ ਉੱਥੇ ਇਸ ਗੁਰੂ ਕੇ ਲੰਗਰ ਵਿੱਚੋਂ ਛਕਿਆ ਕਰਨ। ਇਹਨਾਂ ਦੇ ਸਰੀਰ ਵੀ ਨਰੋਏ ਹੋਣੇ ਸ਼ੁਰੂ ਹੋ ਗਏ। ਗੁਰੂ ਕੇ ਹਜ਼ੂਰ ਦੀਵਾਨ ਸੱਜਣ ਸਤਿਗੁਰੂ ਗਰੀਬ ਨਿਵਾਜ ਜੀ ਦੀ ਅੰਮ੍ਰਿਤ ਬਾਣੀ ਨੂੰ ਸੁਣ ਕੇ ਗੁਰੂ ਸੱਚੇ ਪਾਤਸ਼ਾਹ ਜੀ ਦੇ ਸਫਲ ਦਰਸ਼ਨ ਕਰਕੇ ਲਾਹਾ ਲੈਣ ਲੱਗ ਪਏ। ਆਤਮਿਕ ਲਾਹਾ। ਇਸ ਤਰ੍ਹਾਂ ਗੁਰੂ ਕੇ ਪਿਆਰਿਓ
ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਆਦਿਕ ਇਤਿਹਾਸ 'ਚ ਲਿਖਿਆ ਹੈ ਕਿ ਬਾਹਰੋਂ ਮਜ਼ਦੂਰੀ ਕਰਕੇ ਜੋ ਕਮਾ ਕੇ ਲਿਆਉਂਦੇ ਉਹਦਾ ਸਤਿਗੁਰੂ ਜੀ ਪ੍ਰਸ਼ਾਦਾ ਛਕਦੇ। ਇਹਨਾਂ ਦੇ ਜੋ ਜੋ ਜਹਾਂਗੀਰ ਦਾ ਭੇਜਿਆ ਹੋਇਆ ਮਾਲ ਸਤਿਗੁਰੂ ਜੀ ਉਹ ਨਾ ਪ੍ਰਵਾਨ ਕਰਦੇ। ਇਸ ਪ੍ਰਕਾਰ ਸਮਾਂ ਇੱਥੇ ਤਾਂ ਵਧੀਆ ਚੱਲਣ ਲੱਗ ਪਿਆ। ਇੱਧਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਜੀ ਨੇ ਵਿਚਾਰਿਆ ਕਿ ਬਹੁਤ ਸਮਾਂ ਹੋਇਆ, ਸਤਿਗੁਰੂ ਜੀ ਮੇਰੇ ਸਪੁੱਤਰ ਜੀ ਆਏ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕਰਕੇ ਭੇਜਿਆ ਕਿ ਤੁਸੀਂ ਜਾਓ ਸਤਿਗੁਰੂ ਜੀ ਦੀ ਖਬਰ ਲਿਆਓ। ਬਾਬਾ ਬੁੱਢਾ ਸਾਹਿਬ ਜੀ ਗਵਾਲੀਅਰ ਦੇ ਕਿਲੇ ਪਾਸ ਪਹੁੰਚੇ। ਸਤਿਗੁਰੂ ਜੀ ਨੂੰ ਮਿਲਣ ਨਾ ਦਿੱਤਾ ਗਿਆ। ਉਸ ਵੇਲੇ ਬਾਰ-ਬਾਰ ਗੁਰੂ ਕੇ ਪਿਆਰਿਓ ਉਸ ਕਿਲੇ ਦੀਆਂ ਪਰਿਕਰਮਾਂ ਸ਼ਬਦ ਪੜ੍ਹਦਿਆਂ ਕਰਨ ਲੱਗ ਪਏ। ਜਦੋਂ ਸਤਿਗੁਰਾਂ ਪਾਸ ਖਬਰ ਪਹੁੰਚੀ, ਬਾਬਾ ਬੁੱਢਾ ਸਾਹਿਬ ਜੀ ਨੂੰ ਪਾਸ ਬੁਲਾਇਆ। ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਔਰ ਵਚਨ ਕੀਤਾ, ਸਾਰੀ ਖਬਰ ਦੱਸੀ ਕਿ ਮੈਂ ਮਾਤਾ ਜੀ ਦੇ ਹੁਕਮ ਨਾਲ ਆਪ ਜੀ ਦੇ ਦਰਸ਼ਨ ਕਰਨ ਆਇਆ। ਸੋ ਬਹੁਤ ਮਾਤਾ ਜੀ ਤੁਹਾਡੀ ਫਿਕਰ ਕਰ ਰਹੇ ਆ। ਸਾਰੀਆਂ ਸੰਗਤਾਂ ਨੂੰ ਬਹੁਤ ਉਦਾਸੀ ਹੈ ਕਿ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ। ਗੁਰੂ ਪਿਆਰਿਓ, ਸਤਿਗੁਰੂ ਜੀ ਨਾਲ ਬਚਨ ਵਿਲਾਸ ਕਰਕੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਇੱਥੋਂ ਜੋ ਦਾਲ ਸੀ ਨਾ ਗੁਰੂ ਕੇ ਘੋੜੇ ਔਰ ਸੇਵਾਦਾਰ ਉਹਨਾਂ ਨੂੰ ਲੈ ਕੇ, ਕਿਉਂਕਿ ਖਬਰ ਸਤਿਗੁਰੂ ਜੀ ਨੂੰ ਪਹੁੰਚੀ ਕਿ ਮਹਾਰਾਜ ਇਹ ਘੋੜੇ ਬਹੁਤ ਦੁਰਬਲ ਹੋ ਗਏ, ਇੱਥੇ ਘਾਹ ਜਿਹੜਾ ਹੈ ਪੱਠੇ ਘੱਟ ਹਨ। ਤਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਉੱਥੇ ਜਿੱਥੇ ਮਜਨੂ ਦਾ ਟਿੱਲਾ ਹੈ ਉਸ ਸਥਾਨ ਤੇ ਲੈ ਜਾਓ। ਸੋ ਘੋੜਿਆਂ ਅਤੇ ਜੋ ਸੂਰਮੇ ਸਨ ਉਹਨਾਂ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਉੱਥੇ ਪਹੁੰਚ ਗਏ। ਜਾਂਦਿਆਂ ਹੋਇਆਂ ਹੁਕਮ ਕਰ ਗਏ, ਭਾਈ ਜੇਠਾ ਜੀ ਨੂੰ, ਭਾਈ ਪ੍ਰਾਣਾ ਜੀ ਨੂੰ ਕਿ ਸਤਿਗੁਰੂ ਜੀ ਨੂੰ ਇੱਥੋਂ ਗੁਰੂ ਕੇ ਪਿਆਰਿਓ ਭਾਵੇਂ ਕੋਈ ਆਪਾਂ ਨੂੰ ਸ਼ਕਤੀ ਵਿਖਾਉਣੀ ਪਏ, ਪਰ ਸਤਿਗੁਰੂ ਜੀ ਨੂੰ ਇੱਥੋਂ ਰਿਹਾ ਕਰਾਈਏ, ਜਲਦੀ ਲਿਜਾਈਏ। ਹੁਣ ਸੋ ਜਹਾਂਗੀਰ ਜੋ ਨਿਸ਼ਚਿੰਤ ਹੋ ਕੇ ਸੁੱਤਾ ਸੀ, ਸਮਾਂ ਵੱਧ ਹੋ ਗਿਆ ਸੀ। ਇੱਕ ਰਾਤ ਭਾਈ ਜੇਠਾ ਜੀ ਨੇ, ਭਾਈ ਪ੍ਰਾਣਾ ਜੀ ਨੇ ਸ਼ੇਰ ਬਣ ਕੇ ਕਹਿੰਦੇ ਉਹਦੀ ਛਾਤੀ ਨੂੰ ਦਬਾਇਆ। ਬੜਾ ਦੁਖੀ ਹੋਇਆ, ਕੋਈ ਯਤਨ ਨਾ ਚੱਲੇ। ਫੇਰ ਇਸੇ ਤਰ੍ਹਾਂ ਹੀ ਜਦੋਂ ਦਬਾਇਆ, ਸਤਿਗੁਰੂ ਜੀ ਨੂੰ ਯਾਦ ਕੀਤਾ। ਤੇ ਜਦੋਂ ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕੀਤਾ, ਕਹਿੰਦੇ ਗਰੀਬ ਨਵਾਜ ਜੀ ਨੇ ਸੁਪਨੇ 'ਚ ਹੀ ਇਹਦੇ ਪਾਸ ਆਏ ਤੇ ਇਹਨੂੰ ਸੁਪਨੇ ਵਿੱਚ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਸਤਿਗੁਰੂ ਜੀ ਦੋਨੋਂ ਸ਼ੇਰਾਂ ਨੂੰ ਆਪਣੇ ਹੱਥ ਵਿੱਚ ਰੁਮਾਲ ਲੈ ਕੇ ਇਸ ਦਾ ਪਿੱਛੇ ਛੱਡ ਆਉਂਦੇ ਆ। ਸੋ ਜਾਂਦੇ ਹੋਏ ਸ਼ੇਰ ਕਹਿ ਗਏ ਕਿ ਅਸੀਂ ਦੁਬਾਰਾ ਆਵਾਂਗੇ, ਜੇ ਤੂੰ ਕੋਈ ਯਤਨ ਨਾ ਕੀਤਾ, ਸਤਿਗੁਰੂ ਜੀ ਨੂੰ ਰਿਹਾ ਨਾ ਕੀਤਾ, ਤੇ ਕੱਲ ਨੂੰ ਆਏ ਤੇ ਤੇਰਾ ਅਸੀਂ ਤੈਨੂੰ ਮਾਰ ਦਿਆਂਗੇ। ਇਸ ਤਰ੍ਹਾਂ ਕਰਕੇ ਇਹਨਾਂ ਨਜੂਮੀਆਂ ਨੂੰ ਪੁੱਛਣਾ ਸ਼ੁਰੂ ਕੀਤਾ। ਭਾਈ ਜੇਠਾ ਜੀ ਨਜੂਮੀ ਬਣ ਕੇ ਗਏ। ਉਸ ਸਮੇਂ ਦੱਸਿਆ ਕਿ ਇਸ ਤਰ੍ਹਾਂ ਤੈਨੂੰ ਡਰ ਆਇਆ ਤੇ ਤੈਨੂੰ ਗੁਰੂ ਸਾਹਿਬ ਨੇ ਬਚਾ ਲਿਆ, ਤੇ ਜੇ ਅੱਜ ਤੂੰ ਇਹ ਨਾ ਸਤਿਗੁਰੂ ਜੀ ਦੇ ਰਿਹਾਈ ਦੇ ਹੁਕਮ ਭੇਜੇ ਤਾਂ
ਕੱਲ ਨੂੰ ਤੈਨੂੰ ਫਿਰ ਸ਼ੇਰ ਨਹੀਂ ਛੱਡਣਗੇ। ਉਸੇ ਦਿਨ ਹੀ ਨੇ ਸਤਿਗੁਰੂ ਮਹਾਰਾਜ ਜੀ ਦੀ ਰਿਹਾਈ ਦੇ ਹੁਕਮ ਭੇਜੇ ਔਰ ਦਰੋਗੇ ਨੂੰ ਕਹਿਤਾ ਕਿ ਸਤਿਗੁਰੂ ਮਹਾਰਾਜ ਜੀ ਨੂੰ ਸਤਿਕਾਰ ਸਹਿਤ ਦਿੱਲੀ ਲੈ ਆ ਜਾਵੇ। ਜੋ ਹੁਕਮ ਲੈ ਕੇ ਗਿਆ ਸੀ ਵਜ਼ੀਰ ਖਾਨ। ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਜੀ ਜਿਸ ਵੇਲੇ ਰਾਜਾ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਹੁਣ ਇੱਥੋਂ ਜਾਣਗੇ, ਸਾਰਿਆਂ ਨੇ ਆ ਕੇ ਸਤਿਗੁਰੂ ਜੀ ਦੇ ਚਰਨ ਪਕੜ ਲਏ। ਮਹਾਰਾਜ ਸਾਨੂੰ ਛੱਡ ਕੇ ਨਾ ਜਾਇਓ, ਤੁਹਾਡੇ ਆਉਣ ਨਾਲ ਸਾਡਾ ਇਹ ਜੀਵਨ ਸਵਰਗ ਬਣ ਗਿਆ ਹੈ। ਜੇ ਆਪ ਜੀ ਚਲੇ ਗਏ ਫਿਰ ਅਸੀਂ ਨਰਕ ਭੋਗਾਂਗੇ। ਸਾਡੀ ਇਹ ਜ਼ਿੰਦਗੀ ਮੌਤ ਨਾਲੋਂ ਵੀ ਮੰਦੀ ਹੋ ਜਾਏਗੀ। ਸ਼ਰਨ ਪਿਆਂ ਦੀ ਲਾਜ ਰੱਖਣ ਵਾਲੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹਨਾਂ ਦੀ ਬੇਨਤੀ ਨੂੰ ਮੰਨਿਆ ਔਰ ਵਜ਼ੀਰ ਖਾਨ ਨੂੰ ਕਹਿ ਦਿੱਤਾ ਕਿ ਜਿੰਨਾ ਚਿਰ ਤੱਕ ਇਹ ਰਾਜੇ ਸਾਰੇ ਰਿਹਾ ਨਹੀਂ ਹੁੰਦੇ ਉਹਨਾਂ ਚਿਰ ਤੱਕ ਅਸੀਂ ਵੀ ਨਹੀਂ ਜਾਣਾ। ਜਹਾਂਗੀਰ ਦੇ ਪਾਸ ਦੁਬਾਰਾ ਆਇਆ, ਸਤਿਗੁਰੂ ਜੀ ਦੀ ਸ਼ਰਤ ਦੱਸੀ। ਉਸ ਵੇਲੇ ਕਹਿਣ ਲੱਗਾ ਕਿ ਬੜੀ ਔਖੀ ਗੱਲ ਹੈ, ਬੜੇ ਯਤਨਾਂ ਦੇ ਨਾਲ ਮੁਹਿੰਮਾਂ ਭੇਜ ਕਰਕੇ ਇਹ ਰਾਜੇ ਜੋ ਆਕੀ ਸਨ ਇਹਨਾਂ ਨੂੰ ਪਕੜਿਆ ਹੈ, ਕੈਦ ਵਿੱਚ ਪਾਇਆ। ਪਰ ਜੇ ਮੈਂ ਇਹਨਾਂ ਨੂੰ ਨਹੀਂ ਛੱਡਦਾ, ਗੁਰੂ ਕਾ ਹੁਕਮ ਨਹੀਂ ਮੰਨਦਾ, ਤਾਂ ਮੇਰੀ ਵੀ ਜਾਨ ਨਹੀਂ ਬਚਦੀ। ਕੋਈ ਯਤਨ ਕੀਤਾ ਜਾਏ। ਉਸ ਵੇਲੇ ਕਹਿਣ ਲੱਗਾ ਵੀ ਮਹਾਰਾਜ ਨੂੰ ਬੇਨਤੀ ਕਰਨੀ ਕਿ ਜਿੰਨੇ ਤੁਹਾਡੇ ਪੱਲਾ ਪਕੜ ਕੇ ਨਿਕਲ ਜਾਣ ਉਹ ਸਾਰੇ, ਜਿੰਨਾ ਰਾਜੇ ਤੁਹਾਡਾ ਪੱਲਾ ਪਕੜ ਕੇ ਤੁਹਾਡੇ ਪਿੱਛੇ ਜਾਣ ਉਹ ਸਾਰੇ ਰਿਹਾ ਹੋ ਜਾਣ। ਇਹਦੇ ਕਹਿਣ ਦਾ ਭਾਵ ਇਹ ਸੀ, ਇੱਕ ਤੇ ਰਾਜਪੂਤ ਰਾਜੇ ਬਹਾਦਰ ਖਾਉਂਦੇ ਆ, ਇਹਨਾਂ ਦੇ ਬਹਾਦਰੀ ਨੂੰ ਲਾਜ ਲੱਗੇਗੀ ਕਿ ਅਸੀਂ ਪੱਲਾ ਪਕੜ ਕੇ ਨਿਕਲੇ ਆ, ਸਾਡੀ ਬਹਾਦਰੀ ਕਿੱਥੇ ਗਈ। ਦੂਜਾ ਇਹ ਆ ਕਿ ਪੱਲਾ ਕਿੰਨੇ ਕੁ ਜਾਣੇ ਪਕੜ ਲੈਣਗੇ, 2 4 5 ਜਾਣੇ, ਬਾਕੀ ਆਪੇ ਕੈਦ ਚ ਰਹਿਣਗੇ। ਜਦੋਂ ਸਤਿਗੁਰੂ ਮਹਾਰਾਜ ਜੀ ਦੇ ਪਾਸ ਇਹ ਖਬਰ ਪਹੁੰਚੀ, ਗੁਰੂ ਕੇ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਜੀ ਨੇ ਉਹ 50 ਚੋਲੀਆਂ ਕਲੀਆਂ ਵਾਲਾ ਆਪਣਾ ਜੋ ਚੋਲਾ ਸਾਹਿਬ ਸੀ ਨਾ ਜਾਮਾ, ਉਹ ਪਹਿਨਣਾ ਕੀਤਾ। ਸਾਰੇ ਰਾਜਿਆਂ ਨੇ ਸਤਿਗੁਰੂ ਜੀ ਦਾ ਪੱਲਾ ਪਕੜ ਲਿਆ, ਕਲੀਆਂ ਪਕੜ ਲਈਆਂ। 2 ਰਾਜੇ ਰਹਿ ਗਏ, ਉਹ ਵਿਰਲਾਪ ਕਰਨ ਲੱਗੇ। ਮਹਾਰਾਜ ਜੀ ਨੇ ਆਪਣੇ ਕਮਰ ਕੱਸੇ ਦੀਆਂ ਕਲੀਆਂ ਉਹਨਾਂ ਨੂੰ ਫੜਾ ਦਿੱਤੀਆਂ, ਜੋ ਜਾਮੇ ਦੀਆਂ। ਇਸ ਤਰ੍ਹਾਂ ਇਹ 52 ਕਲੀਆਂ ਵਾਲਾ ਸਤਿਗੁਰੂ ਜੀ ਦਾ ਚੋਲਾ ਪਕੜ ਕੇ, ਸਤਿਗੁਰੂ ਜੀ ਦੇ ਦਾਮਨ ਨੂੰ ਪਕੜ ਕਰਕੇ ਇਹ ਜੋ ਰਾਜੇ ਸਨ, ਸਤਿਗੁਰੂ ਜੀ ਦੀ ਸ਼ਰਨ ਪੈ ਕਰਕੇ ਬੰਧਨ ਮੁਕਤ ਹੋਏ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਨਾ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਹ ਡੀਣਾ। ਸਤਿਗੁਰੂ ਜੀ ਇਹੋ ਜਿਹੇ ਦਾਤਾਰ ਬੰਦੀ ਛੋੜ ਹਨ ਕਿ ਜੋ ਉਦਾਸ ਹੋ ਚੁੱਕੇ ਨਾ ਜ਼ਿੰਦਗੀ ਤੋਂ, ਬੰਧਨਾਂ ਚ ਪੈ ਕੇ ਕਿ ਹੁਣ ਨਹੀਂ ਅਸੀਂ ਬਚਦੇ, ਹੁਣ ਨਹੀਂ ਸਾਡੇ ਬੰਧਨ ਛੁੱਟਣੇ, ਉਹਨਾਂ ਨੂੰ ਵੀ ਸਤਿਗੁਰੂ ਜੀ ਜੀਵਨ ਮੁਕਤ ਕਰ ਦੇਣ ਵਾਲੇ ਆ। ਇਸ ਤਰ੍ਹਾਂ 52 ਰਾਜੇ, 700 ਹੋਰ ਕੈਦੀ, ਅਨੇਕਾਂ ਦਾ ਸਤਿਗੁਰੂ ਜੀ ਸੋ ਬੰਧਨਾਂ ਨੂੰ ਕੱਟ ਕੇ ਇਹਨਾਂ ਨੂੰ ਬੰਦ ਖਲਾਸੀ ਕਰਕੇ ਗਰੀਬ ਨਿਵਾਜ ਜੀ ਦਿੱਲੀ ਆਏ। ਸੋ
ਮਾਲਾ ਬੜੀ ਸੁੰਦਰ ਸੀ। ਸਤਿਗੁਰੂ ਜੀ ਫੇਰ ਰਹੇ ਸਨ। ਜਹਾਂਗੀਰ ਨੇ ਮੰਗ ਕੀਤੀ ਕਿ ਇੱਕ ਆਪ ਜੀ ਮੋਤੀ ਦੇ ਦਿਓ। ਮਹਾਰਾਜ ਕਹਿਣ ਲੱਗੇ ਇਹਦੇ ਨਾਲ ਦੀ ਮਾਲਾ ਜੋ ਹੈ ਸਾਡੇ ਪਿਤਾ ਜੀ ਦੇ ਪਾਸ ਸੀ, ਉਹ ਚੰਦੂ ਦੇ ਘਰ ਹੋਏਗੀ, ਉੱਥੋਂ ਮੰਗਾ ਲੈ। ਇਸ ਤਰ੍ਹਾਂ ਮਾਲਾ ਦੇ ਕਰਕੇ ਨਾਲ ਜੋ ਚੰਦੂ ਸੀ ਦੋਸ਼ੀ, ਜੋ ਸਤਿਗੁਰੂ ਜੀ ਦੀ ਸ਼ਹੀਦੀ ਦਾ, ਗੁਰੂ ਕੇ ਪਿਆਰਿਓ, ਇਹ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਇਹਨੂੰ ਲਿਆਂਦਾ ਗਿਆ। ਲਾਹੌਰ ਵਿੱਚ ਇਹਦੇ ਤੋਂ ਸੋ ਭੀਖ ਮੰਗਾ ਕੇ ਇਹਦੇ ਸਿਰ ਵਿੱਚ ਜੁੱਤੀਆਂ ਮਰਵਾ ਕੇ ਅਖੀਰ ਤੇ ਗੁਰਦਿੱਤੇ ਭੜਪੂੰਜੇ ਤੋਂ ਜਦੋਂ ਉਹਨੇ ਕੜਛਾ ਮਾਰਿਆ ਦੇ ਸਿਰ ਵਿੱਚ ਗੁੱਸੇ ਨਾਲ, ਇਹ ਜੋ ਜੁੱਤੀਆਂ ਖਾ ਖਾ ਕੇ ਪੋਲਾ ਹੋਇਆ, ਇਹਦਾ ਸਿਰ ਫਿਸ ਗਿਆ ਤੇ ਇਹ ਨਰਕਾਂ ਦੇ ਰਾਹ ਚਲਾ ਗਿਆ। ਧੰਨ ਗੁਰੂ ਗਰੀਬ ਨਿਵਾਸ ਜੀ ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਸਾਰੀਆਂ ਸੰਗਤਾਂ ਨੇ ਸਤਿਗੁਰੂ ਗਰੀਬ ਨਿਵਾਸ ਜੀ ਦੀ ਆਮਦ ਦੀ ਖੁਸ਼ੀ ਵਿੱਚ ਦੇਸੀ ਘਿਓ ਦੇ ਦੀਵੇ ਜਗਾਏ ਤੇ ਮਠਿਆਈਆਂ ਵਰਤਾਈਆਂ। ਇਸ ਪ੍ਰਕਾਰ ਇਹ ਦੀਪਮਾਲਾ ਕੀਤੀ। ਤਦੋਂ ਤੋਂ ਦੀਵਾਲੀ ਦਾ ਇਹ ਤਿਉਹਾਰ ਗੁਰੂ ਕੇ ਸਿੱਖ ਬੜੇ ਪ੍ਰੇਮ ਦੇ ਨਾਲ ਬੰਦੀ ਛੋੜ ਦਿਵਸ ਕਰਕੇ ਮਨਾਉਂਦੇ ਆ। ਔਰ ਕਾਮਨਾ ਕਰਦੇ ਆ ਸੱਚੇ ਪਾਤਸ਼ਾਹ ਜੀ, ਜਿਵੇਂ ਆਪ ਜੀ ਨੇ ਉਹਨਾਂ ਰਾਜਿਆਂ ਨੂੰ, ਉਹਨਾਂ ਕੈਦੀਆਂ ਨੂੰ ਬੰਦ ਖਲਾਸੀ ਕੀਤੀ ਸੀ, ਜੇਲ੍ਹ ਚੋਂ ਮੁਕਤ ਕੀਤਾ ਸੀ, ਇਸੇ ਤਰ੍ਹਾਂ ਸਾਨੂੰ ਕਿਰਪਾ ਕਰਕੇ ਇਹ 84 ਲੱਖ ਜੂਨਾਂ ਦੀ ਜੋ ਜੇਲ੍ਹ ਹੈ, ਇਹਦੇ ਬੰਧਨਾਂ ਤੋਂ ਮੁਕਤ ਕਰ ਦਿਓ, ਜੰਮਣ ਮਰਨ ਤੋਂ ਰਹਿਤ ਕਰ ਦਿਓ। ਆਪ ਜੀ ਲੋਕ ਪਰਲੋਕ ਦੇ ਮਾਲਕ ਹੋ। ਆਓ ਗੁਰੂ ਪਿਆਰਿਓ, 5ਵੇਂ ਪਾਤਸ਼ਾਹ ਜੀ ਨੇ ਜੋ ਸ੍ਰੀ ਮੁਖਵਾਕ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਹੈ, ਜਿਸ ਵਿੱਚ ਸੰਤਾਂ ਮਹੰਤਾਂ ਦੀ ਪਰਮੇਸ਼ਰ ਦੇ ਨਾਲ ਪ੍ਰੀਤੀ ਦਾ ਵਰਣਨ ਕੀਤਾ। ਆਓ ਇਹ ਪਾਵਨ ਸ੍ਰੀ ਮੁਖਵਾਕ ਦੀ ਆਖਰੀ ਅਰਥ ਜੋ ਹੈ ਨਾ ਸਰਵਣ ਕਰਕੇ ਆਓ ਸਮਾਪਤੀ ਵੱਲ ਵਧਾਂਗੇ ਜੀ। ਜੈਤ ਸਰੀ ਮਹੱਲਾ ਪੰਜਵਾ। ਚਾਤ੍ਰਿਕ ਚਿਤਵਤ ਬਰਸਤ ਮੇਹ। ਸੋ ਇਸ ਪ੍ਰੀਤੀ ਨੂੰ ਇਸੇ ਤਰ੍ਹਾਂ ਬਾਣੀ ਵਿੱਚ ਹੋਰ ਥਾਵੀਂ ਸਤਿਗੁਰੂ ਜੀ ਨੇ ਇਹਨਾਂ ਦ੍ਰਿਸ਼ਟਾਂਤਾਂ ਨੂੰ, ਇਹ ਪ੍ਰਕਿਰਤੀ ਦੇ ਜੋ ਦ੍ਰਿਸ਼ਟਾਂਤ ਦੇ ਕੇ ਇੱਥੇ ਸਤਿਗੁਰੂ ਜੀ ਨੇ ਇਹ ਪ੍ਰੀਤ ਨੂੰ ਵਰਣਨ ਕੀਤਾ ਹੈ। ਪਾਵਨ ਬਾਣੀ ਵਿੱਚ ਸਤਿਗੁਰੂ ਜੀ ਹੋਰ ਵੀ ਕਈ ਥਾਂ ਇਹੀ ਦ੍ਰਿਸ਼ਟਾਂਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਕਿ ਇਹੋ ਜਿਹਾ ਪ੍ਰੇਮ ਹੈ ਗੁਰੂ ਕੇ ਸਿੱਖਾਂ ਦਾ, ਸੰਤਾਂ ਮਹੰਤਾਂ ਦਾ, ਮਹਾਤਮਾ ਦਾ, ਸਤਿਗੁਰਾਂ ਦੇ ਨਾਲ, ਪਰਮੇਸ਼ਰ ਦੇ ਨਾਲ। ਜਿਉ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ। ਬੂੰਦ ਵਿਹੂਣਾ ਚਾਤ੍ਰਿਕੋ ਸਨਮੁਖ ਉਠ ਧਾਵੈ। ਕਿਉ ਕਰ ਤ੍ਰਿਪਤਾਵੈ। ਸੋ ਭਾਵਰ ਲੋਭੀ ਕੁਸਮ ਬਾਸ ਖਾ ਮਿਲ ਆਪ ਬੰਧਾਵੈ। ਨਾਦ ਕੁਰੰਗ ਕਹਿ ਬੇਦਿਆ ਸਨਮੁਖ ਉਠ ਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਇਸੇ ਤਰ੍ਹਾਂ ਸਤਿਗੁਰੂ ਜੀ ਇੱਥੇ ਵੀ ਇਹ ਵਰਣਨ ਕਰ ਰਹੇ ਆ ਕਿ ਜਿਵੇਂ ਚਾਤ੍ਰਿਕ
ਜੋ ਬਬੀਹਾ ਹੈ ਨਾ, ਉਹਦੀ ਸਵਾਂਤੀ ਬੂੰਦ ਦੇ ਨਾਲ ਬਹੁਤ ਹੀ ਪ੍ਰੀਤੀ ਹੈ। ਜੇ ਕੋਈ ਬਬੀਹੇ ਨੂੰ ਕਹੇ ਕਿ ਇੰਨੇ ਜਲ ਦੇ ਸੋਮੇ ਹਨ, ਧਰਤੀ ਦੇ ਉੱਪਰ ਸਮੁੰਦਰ ਭਰਿਆ ਜਲ ਨਾਲ, ਨਦੀਆਂ ਚੱਲ ਰਹੀਆਂ ਭਰੀਆਂ ਹੋਈਆਂ, ਟੋਭਿਆਂ ਦੇ ਵਿੱਚ ਜਲ ਦੇ, ਤਲਾਵਾਂ ਦੇ ਵਿੱਚ ਜਲ ਦੇ ਕਿੰਨੇ ਸੋਮੇ ਆ, ਜਲ ਭਰਿਆ ਪਿਆ ਹੈ, ਤੂੰ ਇੱਕ ਬੂੰਦ ਨੂੰ ਤਰਸ ਰਿਹਾ ਹੈ। ਇੰਨੇ ਥਾਵਾਂ ਤੇ ਪਾਣੀ ਹੈ, ਜਿੰਨਾ ਮਰਜ਼ੀ ਪੀ ਲਾ। ਪਰ ਉਹ ਕਹਿੰਦਾ ਨਹੀਂ ਭਾਈ, ਇਹ ਜਲ ਮੇਰੀ ਪਿਆਸ ਨਹੀਂ ਬੁਝਾਉਂਦਾ। ਮੈਨੂੰ ਤਾਂ ਇੱਕ ਬੂੰਦ ਹੀ ਮਿਲ ਜੇ, ਸੁਹੰਤੀ ਨਛੱਤਰ ਦੀ ਵਰੀ ਹੋਈ, ਤਾਂ ਉਹੀ ਮੇਰੀ ਪਿਆਸ ਬੁਝਾਉਣ ਨੂੰ ਸਮਰੱਥ ਆ। ਇਸ ਕਰਕੇ ਇਸੇ ਤਰ੍ਹਾਂ ਜਗਿਆਸੂ ਹਨ। ਜਗਿਆਸੂ ਨੂੰ ਕੋਈ ਕਹੇ ਭਾਈ ਤੂੰ ਕਾਹਦੇ ਲਈ, ਕਹਿੰਦਾ ਮੈਨੂੰ ਦਰਸ਼ਨ ਸਾਰੇ ਥਾਂ ਤੇ ਪਰਮੇਸ਼ਰ ਆਪ ਹੀ ਵਿਆਪਕ ਆ, ਤੇ ਤੂੰ ਕਿਉਂ ਨਹੀਂ ਪ੍ਰਾਪਤ ਸੋ ਉਹਦਾ ਆਨੰਦ ਮਾਣਦਾ, ਤੂੰ ਕਿਉਂ ਐਵੇਂ ਦੁਖੀ ਹੋਈ ਜਾਣਾ। ਪਰ ਜਗਿਆਸੂ ਸਮਝਾਉਂਦਾ, ਇਹ ਭਾਈ ਜਿਵੇਂ ਸਾਰੇ ਥਾਂ ਧਰਤੀ ਵਿੱਚ ਪਾਣੀ ਹੈ, ਪਰ ਉਹ ਸਾਰਾ ਧਰਤੀ ਦਾ ਪਾਣੀ ਬਬੀਹੇ ਦੀ ਪਿਆਸ ਨਹੀਂ ਬੁਝਾਉਂਦਾ। ਉਹਨੂੰ ਬੁਝਾਉਣ ਵਾਸਤੇ ਸ਼ਾਂਤੀ ਬੂੰਦ ਹੀ ਸਮਰੱਥ ਹੈ। ਜਿਵੇਂ ਸਭ ਥਾਂ ਦੇ ਉੱਪਰ ਸਾਰੀ ਬਨਸਪਤੀ ਵਿੱਚ ਅੱਗ ਹੈ, ਪਰ ਉਹ ਅੱਗ ਜਿਹੜੀ ਹੈ ਨਾ, ਪ੍ਰਗਟ ਨਾ ਹੋਣ ਕਰਕੇ ਉਹ ਰਸੋਈ ਵਿੱਚ ਭੋਜਨ ਨਹੀਂ ਤਿਆਰ ਕਰਦੀ। ਉਹ ਅੱਗ ਸਾਰੀ ਬਨਸਪਤੀ ਜਿਹੜੀ ਆ, ਉਹ ਠੰਡ ਨਹੀਂ ਦੂਰ ਕਰ ਸਕਦੀ। ਜਿੰਨਾ ਚਿਰ ਤੱਕ ਉਹ ਅਗਨੀ ਨੂੰ ਪ੍ਰਗਟ ਕਰਕੇ, ਪ੍ਰਜਵਲਿਤ ਕਰਕੇ ਪ੍ਰਗਟ ਨਹੀਂ ਕੀਤਾ ਜਾਂਦਾ, ਉਹਨਾਂ ਚਿਰ ਤੱਕ ਉਹ ਅੱਗ ਬੁਝਾਉਣ, ਜੋ ਭੋਜਨ ਤਿਆਰ ਕਰਨ ਜਾਂ ਚਾਨਣ ਕਰਨ ਜਾਂ ਇਹ ਠੰਡ ਨੂੰ ਦੂਰ ਕਰਨ ਦੇ ਸਮਰੱਥ ਨਹੀਂ। ਸਾਰੇ ਦੁੱਧ ਵਿੱਚ ਘਿਓ ਹੈ, ਦੁੱਧ ਵਿੱਚ ਘਿਓ ਤਾਂ ਹੈ, ਪਰ ਉਹ ਜਿਹੜਾ ਘਿਓ ਹੈ, ਜੋ ਦੁੱਧ ਹੈ, ਉਹ ਤੜਕਾ ਲਾਉਣ ਦੇ ਕੰਮ ਨਹੀਂ ਆਵੇਗਾ। ਉਹ ਘਿਓ ਜਿੰਨਾ ਚਿਰ ਤੱਕ ਵਿਧੀ ਦੇ ਨਾਲ ਉਹਨੂੰ ਪ੍ਰਗਟ ਨਹੀਂ ਕਰ ਲਿਆ ਜਾਂਦਾ, ਦੁੱਧ ਵਿੱਚੋਂ ਪ੍ਰਾਪਤ ਨਹੀਂ ਕਰ ਲਿਆ ਜਾਂਦਾ, ਉਹਨਾਂ ਚਿਰ ਤੱਕ ਉਹ ਦੁੱਧ ਵਿਚਲਾ ਘਿਓ ਨਾ ਤਾਂ ਉਹ ਜੋਤ ਜਗਾਉਣ ਦੇ ਕੰਮ ਆਵੇਗਾ, ਤੇ ਨਾ ਹੀ ਉਹ ਤੜਕਾ ਲਾਉਣ ਦੇ ਕੰਮ ਆਵੇਗਾ, ਨਾ ਹੀ ਉਹਦੀ ਮਾਲਿਸ਼ ਕੀਤੀ ਜਾ ਸਕਦੀ ਹੈ। ਇਸ ਕਰਕੇ ਜਗਿਆਸੂ ਬੇਨਤੀ ਕਰਦਾ ਹੈ, ਮਹਾਰਾਜ ਬਬੀਹੇ ਦੀ ਤਰ੍ਹਾਂ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰਦਾ। ਜਿਵੇਂ ਬਬੀਹਾ ਸਵਾਂਤੀ ਬੂੰਦ ਨੂੰ ਮੰਗਦਾ ਪਰਮੇਸ਼ਰ ਪਾਸੋਂ ਬੇਨਤੀਆਂ ਕਰਕੇ ਕਿ ਬਰਸਤ ਮੇਹ ਵਰਖਣਾ ਕਰੇ ਇਹ ਬੱਦਲ, ਇਸੇ ਤਰ੍ਹਾਂ ਜਗਿਆਸੂ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਜੀ ਕਿਰਪਾ ਰੂਪੀ ਮੀਂਹ ਦਾ ਜੋ ਹੈ, ਇਹ ਕਿਰਪਾ ਰੂਪੀ ਮੀਂਹ ਵਰਾਉਣਾ ਕਰੋ। ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ। ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ, ਹਰ ਪ੍ਰੇਮ ਭਗਤ ਕੋ ਨੇਹ। ਇਹ ਕਿਰਪਾ ਦੇ ਸਮੁੰਦਰ, ਆਪ ਜੀ ਕਿਰਪਾ ਧਾਰੋ, ਕਰੁਣਾ ਧਾਰੋ, ਸਾਡੇ ਤੇ ਕਿਰਪਾ ਪ੍ਰਭੂ ਜੀ ਕਰਨੀ ਕਰੋ। ਸਾਡਾ ਆਪ ਜੀ ਦੀ ਪ੍ਰੇਮਾ ਭਗਤੀ ਕਰਨ ਨਾਲ ਪ੍ਰੇਮ ਲੱਗ ਜੇ।
ਭਾਵੇ ਕਿ ਪ੍ਰੇਮ ਸਹਿਤ ਅਸੀਂ ਆਪ ਜੀ ਦੀ ਭਗਤੀ ਕਰਨ ਲੱਗ ਪਈਏ, ਕਿਉਂਕਿ ਪਰਮੇਸ਼ਰ ਦੀ ਭਗਤੀ ਇਹ ਸੰਸਾਰ ਤੋਂ ਤਾਰਨ ਵਾਲੀ ਹੈ। ਵਾਹਿਗੁਰੂ ਦਾ ਪ੍ਰੇਮ ਹੀ ਇਹ ਭਰਮ ਦੇ ਬੰਧਨਾਂ ਨੂੰ ਕੱਟਣ ਵਾਲਾ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਆ ਨਾ, ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾ ਭਰਮ ਕਾਟਿਆ ਜਾਈ। ਪ੍ਰੇਮ ਦੇ ਤੀਰ ਇਹ ਤਿੱਖੇ ਲੱਗਣ ਹਿਰਦੇ 'ਚ ਇਹ ਸਰੀਰ 'ਚ, ਤਾਂ ਭਾਈ ਭਰਮ ਦਾ ਇਹ ਪਰਦਾ ਕੱਟਿਆ ਜਾ ਸਕਦਾ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਲਗੀਧਰ ਜੀ ਨੂੰ ਵੀ ਬਚਨ ਕੀਤੇ ਆ। ਇਸੇ ਤਰ੍ਹਾਂ ਧੰਨ ਗਰੀਬ ਨਿਵਾਸ ਜੀ ਫਰਮਾਉਂਦੇ ਆ, ਗੁਰੂ ਅਰਜਨ ਦੇਵ ਮਹਾਰਾਜ ਸ਼ਲੋਕ 12 ਤੇ ਵਧੀਕ ਵਿੱਚ, ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ, ਕਬਹੂ ਨ ਹੋਵੈ ਭੰਗ, ਨਾਨਕ ਹਰ ਗੁਣ ਗਾਈਐ। ਇਹ ਸੱਚਾ ਪ੍ਰੇਮ ਹੈ ਜੋ ਸਦਾ ਹੀ ਵਾਹਿਗੁਰੂ ਦੇ ਗੁਣ ਗਾਉਂਦੇ ਰਹਿਣਾ। ਮਹਾਰਾਜ ਸਾਡੇ ਤੇ ਕਿਰਪਾ ਕਰੋ, ਅਸੀਂ ਇਹ ਦਾਤ ਆਪ ਜੀ ਪਾਸੋਂ ਮੰਗਦੇ ਹਾਂ। ਰਹਾਉ ਅਨੇਕ ਸੁਖ ਚਕਵੀ ਨਹੀਂ ਚਾਹਤ, ਅਨੇਕਾਂ ਸੁਖ ਜਿੰਨੇ ਮਰਜੀ ਚਕਵੀ ਨੂੰ ਦੇ ਦਿਓ, ਪਰ ਉਹ ਨਹੀਂ ਚਾਹੁੰਦੀ। ਇਹ ਦੂਜਾ ਦ੍ਰਿਸ਼ਟਾਂਤ ਦੇ ਰਹੇ ਹਨ। ਅਨੰਦ ਪੂਰਨ ਪੇਖ ਨੇ ਦੇਹ, ਚਕਵੀ ਨੂੰ ਸ਼ਰਾਪ ਮਿਲਿਆ ਸੀ ਨਾ, ਚਕਵੇ ਨੂੰ ਰਾਮਚੰਦਰ ਜੀ ਪਾਸੋਂ, ਕਿ ਮੇਰੀ ਸੀਤਾ ਗਵਾਚ ਗਈ, ਤੁਸੀਂ ਇਕੱਠੇ ਬੈਠੇ ਮੈਨੂੰ ਮਖੌਲ ਕਰਦੇ ਜੇ ਕਿ ਇਹ ਆ ਤ੍ਰੇਤੇ ਦਾ ਅਵਤਾਰ ਕਹਾਉਣ ਵਾਲਾ। ਵੇਖੋ ਆਮ ਜੀਵਾਂ ਨਾਲੋਂ ਵੀ ਜ਼ਿਆਦਾ ਮੋਹ ਦਾ ਮਾਰਿਆ ਹੋਇਆ ਸੀਤਾ ਲੱਭਦਾ ਫਿਰਦਾ। ਉਸ ਵੇਲੇ ਸ਼ਰਾਪ ਦੇ ਦਿੱਤਾ ਸੀ ਕਿ ਤੁਸੀਂ ਵੀ ਅੱਜ ਤੋਂ ਕਦੀ ਵੀ ਰਾਤ ਨੂੰ ਇਕੱਠੇ ਨਹੀਂ ਬਹਿ ਸਕੋਗੇ, ਮਿਲ ਨਹੀਂ ਸਕੋਗੇ ਪਤੀ ਪਤਨੀ ਦੇ ਰੂਪ ਵਿੱਚ। ਭਾਵੇਂ ਉਹ ਰਾਤ ਨੂੰ ਇਕੱਠੇ ਵੀ ਹੋਣ ਤਾਂ ਵੀ ਇੱਕ ਦੂਜੇ ਵੱਲ ਪਿੱਠ ਕਰਕੇ ਖੜੇ ਰਹਿੰਦੇ ਆ। ਜਦੋਂ ਸੂਰਜ ਚੜ੍ਹਦਾ ਫੇਰ ਇਹਨਾਂ ਦਾ ਮਿਲਾਪ ਹੁੰਦਾ। ਇਸ ਕਰਕੇ ਚਕਵੀ ਜਿਹੜੀ ਹੈ ਉਹ ਸੂਰਜ ਨੂੰ ਵੇਖ ਕਰਕੇ, ਜਦੋਂ ਸੂਰਜ ਚੜ੍ਹਦਾ ਆਪਣੇ ਪਿਆਰੇ ਨੂੰ ਮਿਲ ਕੇ ਬਹੁਤ ਹੀ ਖੁਸ਼ ਹੁੰਦੀ ਹੈ, ਪੂਰਾ ਉਹਨੂੰ ਆਨੰਦ ਮਿਲਦਾ। ਹੋਰ ਜਿਹੜੇ ਸੁੱਖ ਆ ਉਹ ਨਹੀਂ ਚਾਹੁੰਦੀ। ਆਨ ਉਪਾਵ ਨਾ ਜੀਵਤ ਮੀਨਾ, ਇਸੇ ਤਰ੍ਹਾਂ ਜੋ ਜਗਿਆਸੂ ਰੂਪ ਚਕਵੀ ਬ੍ਰਹਮ ਰੂਪੀ ਚਕਵੇ ਨੂੰ ਜਦੋਂ ਗੁਰੂ ਰੂਪੀ ਸੂਰਜ ਗਿਆਨ ਦਾ ਪ੍ਰਕਾਸ਼ ਕਰਕੇ ਮਿਲਾਉਂਦਾ ਨਾ, ਉਦੋਂ ਆਨੰਦ ਮਾਣਦੀ ਹੈ। ਸੋ ਅਗਲਾ ਦ੍ਰਿਸ਼ਟਾਂਤ ਸਤਿਗੁਰੂ ਜੀ ਮਛਲੀ ਦਾ ਦਿੰਦੇ ਆ ਕਿ ਮੱਛੀ ਜੋ ਹੈ ਹੋਰ ਕਿਸੇ ਯਤਨ ਦੇ ਨਾਲ ਜਿਉਂਦੀ ਨਹੀਂ ਰਹਿ ਸਕਦੀ। ਬਿਨ ਜਲ ਮਰਨਾ ਤੇਹ, ਜਲ ਤੋਂ ਬਿਨਾਂ ਮਛਲੀ ਦਾ ਮਰਨਾ ਹੀ ਹੁੰਦਾ ਹੈ। ਹਮ ਅਨਾਥ ਨਾਥ ਹਰ ਸਰਣੀ, ਇਸੇ ਤਰ੍ਹਾਂ ਨਾਮ ਜਲ ਤੋਂ ਬਿਨਾਂ ਮਹਾਰਾਜ ਜਗਿਆਸੂ ਕਦੇ ਵੀ ਨਹੀਂ ਜੀ ਸਕਦੇ। ਭਾਵੇਂ ਹੋਰ ਜਿੰਨੇ ਮਰਜ਼ੀ ਪਦਾਰਥ ਮਿਲ ਜਾਣ, ਕਿਰਪਾ ਕਰਕੇ ਨਾਮ ਜਲ ਦੀ ਵਰਖਾ ਕਰੋ ਹੀ ਮੰਗਦੇ ਆ। ਅਸੀਂ ਅਨਾਥ ਇਹ ਮਾਲਕ ਆਪ ਜੀ ਦੀ ਸ਼ਰਨ ਆਏ ਹਾਂ। ਆਪਣੀ ਕਿਰਪਾ ਕਰੇ ਹੈ, ਆਪਣੀ ਕਿਰਪਾ ਕਰੇ ਹਾਂ, ਆਪਣੀ ਆਪ ਜੀ ਕਿਰਪਾ ਕਰਨਾ ਕਰੋ ਸਾਡੇ ਉੱਪਰ। ਚਾਰਨ ਕਮਲ ਨਾਨਕ ਆਰਾਧੈ, ਅਸੀਂ ਆਪ ਜੀ ਦੇ ਚਰਨਾਂ ਕਮਲਾਂ ਨੂੰ ਆਰਾਧਦੇ ਹਾਂ। ਤਿਸ ਬਿਨ ਆਨ ਨਾ ਕੇਹ, ਸਾਡੇ ਪਾਸ ਹੋਰ ਇਹਦੇ ਬਿਨਾ ਕੋਈ ਯਤਨ ਨਹੀਂ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ। ਸਤਿਗੁਰੂ ਜੀ ਦੇ ਬੰਦੀ ਛੋੜ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ।
ਆਓ ਦੋ ਪੰਕਤੀਆਂ ਪੜ੍ਹ ਕਰਕੇ ਫਤਿਹ ਬੁਲਾਈਏ। ਹਮ ਅਨਾਥ ਨਾਥ ਹਰ ਸਰਣੀ, ਆਪਣੀ ਕਿਰਪਾ ਕਰੀਹ। ਚਰਨ ਕਮਲ ਨਾਨਕ ਆਰਾਧੈ, ਤਿਸ ਬਿਨ ਆਨ ਨ ਕੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹੇ।